दुल्हने तोहे पिया के कर जाना। हाँ जी दोस्तों, राधा स्वामी जी सारिਆਂ ਨੂੰ। ਅੱਜ डेरा ब्यास ਵਿੱਚ बहुत ज़्यादा संगत आई हुई सी। दूसरी स्टेट से भी काफ़ी संगत आई हुई थी। और गर्मी, जैसा आपको पता ही है, गर्मी बहुत ज़्यादा है, ज़्यादा हो रही है। कैंटीनों में भी बहुत ज़्यादा रश था। और आज हुजूर जी ने सत्संग फरमाया। बाबा जी भी विराजमान थे। पंडाल भरा हुआ था खचाखच संगत से। माहौल बहुत ही अच्छा बना हुआ था, शब्द चल रहे थे हर बार की तरह। और दोस्तों, जितने भी हमारे दोस्त हमें फेसबुक पर देखते हैं, तो पहले आप यूट्यूब पे देखा करो। फेसबुक पर आप ज़्यादा देखते हो, यूट्यूब पे कम। एक्सक्लूसिव वीडियो हमारी यूट्यूब पे आती है पहले, सबसे पहले। तो दोस्तों, आज हुजूर जी ने बाणी लई सी पंजवें पातशाह जी दी। किन बिद मिले गुसाई मेरे राम राय। सब तो पहला हुजूर जी ने फरमाया कि ਆਪਾਂ डेरे विच अलग-अलग संत महात्मा ਦੀਆਂ ਬਾਣੀਆਂ ਲੈਂਦੇ ਹਾਂ। ਇਸ ਤੋਂ ਸਾਡਾ ਕੀ ਭਾਵ ਹੈ ਕਿ ਹਰੇਕ ਸੰਤ ਮਹਾਤਮਾ ਦਾ ਲਕਸ਼, ਮਕਸਦ ਇੱਕੋ ਹੀ ਹੈ। ਉਹ ਸਾਨੂੰ ਇੱਕੋ ਹੀ ਚੀਜ਼ ਬਾਰ-ਬਾਰ ਆ ਕੇ ਸਮਝਾਉਂਦੇ ਨੇ। हुजूर जी ने ਇੱਥੇ ਇੱਕ ਬਹੁਤ ਸੁੰਦਰ ਉਦਾਹਰਨ ਦਿੱਤਾ ਕਿ ਜਿਵੇਂ ਆਪਾਂ ਅਲੱਗ-ਅਲੱਗ ਡਾਕਟਰਸ ਕੋਲ ਜਾਂਦੇ ਹਾਂ। ਪਹਿਲਾਂ ਇੱਕ ਕੋਲ ਗਏ, ਲੇਕਿਨ ਸਾਨੂੰ ਵਿਸ਼ਵਾਸ ਨਹੀਂ ਆਇਆ। ਫਿਰ ਦੂਜੇ ਡਾਕਟਰ ਕੋਲ ਗਏ, ਵੈਦ ਕੋਲ ਗਏ, ਉਹਨੇ ਵੀ ਫਿਰ ਉਹੀ ਚੀਜ਼ ਕਹੀ ਕਿ ਸਾਨੂੰ ਇਹ ਬਿਮਾਰੀ ਹੈ। ਫਿਰ ਉਹਦੇ ਉੱਤੇ ਵੀ ਯਕੀਨ ਨਹੀਂ ਆਉਂਦਾ, ਫਿਰ ਆਪਾਂ ਤੀਜੇ ਡਾਕਟਰ ਕੋਲ ਜਾਂਦੇ ਹਾਂ। ਫਿਰ ਉਹ ਵੀ ਉਹੀ ਚੀਜ਼ ਕਹਿੰਦਾ, ਤਾਂ ਜਾ ਕੇ ਸਾਨੂੰ ਵਿਸ਼ਵਾਸ ਆਉਂਦਾ ਹੈ ਕਿ ਹਾਂ, ਸਾਨੂੰ ਇਹ ਬਿਮਾਰੀ ਹੈ। ਉੱਦਾਂ ਹੀ ਇੱਥੇ ਆਪਾਂ ਅਲੱਗ-ਅਲੱਗ ਸੰਤ ਮਹਾਤਮਾ ਦੀਆਂ ਬਾਣੀਆਂ ਜਦ ਪੜ੍ਹਦੇ ਹਾਂ, ਉਹਨਾਂ ਦਾ ਉਪਦੇਸ਼ ਆਪਾਂ ਸੁਣਦੇ ਹਾਂ, ਸਮਝਦੇ ਹਾਂ, ਫਿਰ ਸਾਨੂੰ ਵਿਸ਼ਵਾਸ ਆਉਂਦਾ ਹੈ ਕਿ ਸਾਰੇ ਸੰਤਾਂ ਮਹਾਤਮਾ ਦਾ ਉਪਦੇਸ਼ ਇੱਕੋ ਹੀ ਹੈ। ਉਹ ਸਾਨੂੰ ਇੱਕੋ ਹੀ ਚੀਜ਼ ਦੁਹਰਾ ਕੇ ਬਾਰ-ਬਾਰ ਸਮਝਾਉਂਦੇ ਹਨ। ਹੁਣ ਦੇਖੋ, ਅਸੀਂ ਇੱਥੇ ਬਾਣੀਆਂ ਨੂੰ, ਗ੍ਰੰਥਾਂ ਪੋਥੀਆਂ ਨੂੰ ਜੋ ਆਪਾਂ ਪੜ੍ਹਦੇ ਹਾਂ, ਸ਼ਬਦ, ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਸਮਝਣਾ ਹੈ ਕਿ ਇਹ ਤੁਕ ਦਾ ਕੀ ਮਤਲਬ ਹੈ। ਸਾਨੂੰ ਤਾਂ ਲੇਕਿਨ ਇਹ ਵੀ ਯਾਦ ਨਹੀਂ ਰਹਿੰਦਾ ਕਿ ਅੱਜ ਬਾਣੀ ਕਿਹੜੀ ਲਈ ਗਈ ਸੀ। ਹੁਣ ਸਾਡਾ ਵਿਸ਼ਵਾਸ ਕਿਵੇਂ ਬਣੂਗਾ? ਦੇਖੋ, ਹੁਣ ਜਿਵੇਂ ਆਪਾਂ ਡਾਕਟਰ ਕੋਲ ਪਹਿਲਾਂ ਜਾ ਕੇ ਸੁਣਦੇ ਹਾਂ ਡਾਕਟਰ ਦੀ ਗੱਲ, ਫਿਰ ਆਪਾਂ ਦਵਾਈ ਲੈਂਦੇ ਹਾਂ। ਫਿਰ ਦਵਾਈ ਜਦ ਅਸਰ ਕਰਦੀ ਆ, ਫਿਰ ਸਾਨੂੰ ਕੁਝ ਆਰਾਮ ਮਿਲਦਾ ਹੈ, ਫਿਰ ਸਾਡਾ ਵਿਸ਼ਵਾਸ ਬਣਦਾ ਹੈ। ਉੱਦਾਂ ਹੀ ਜਿਵੇਂ ਆਪਾਂ ਸਤਸੰਗ ਸੁਣਨ ਆਵਾਂਗੇ, ਸਤਸੰਗ ਸੁਣਾਂਗੇ, ਸਮਝਾਂਗੇ, ਸਾਡਾ ਹੌਲੀ-ਹੌਲੀ ਵਿਸ਼ਵਾਸ ਬਣੂਗਾ, ਆਪਾਂ ਸਮਝਾਂਗੇ। ਇੱਥੇ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਆਪਾਂ ਆਪਣੀ ਕਰਨੀ ਵਿੱਚ ਲੈ ਕੇ ਆਈਏ। ਕਿਉਂਕਿ ਜੇ ਆਪਾਂ ਕਰਨੀ ਵਿੱਚ ਲੈ ਕੇ ਆਵਾਂਗੇ ਇਹ ਸਾਰੀਆਂ ਚੀਜ਼ਾਂ, ਸੰਤ ਮਹਾਤਮਾ ਦੇਖੋ ਆਪਣੀ ਜ਼ਿੰਦਗੀ ਦਾ ਸਾਨੂੰ ਇੱਕ ਉਦਾਹਰਨ ਬਣ ਕੇ ਸਮਝਾਉਂਦੇ ਨੇ। ਇੱਥੇ ਉਹਨਾਂ ਨੇ ਚੌਥੀ ਪਾਤਸ਼ਾਹੀ ਅਤੇ ਪੰਜਵੇਂ ਪਾਤਸ਼ਾਹੀ ਜੀ ਦਾ ਕੁਝ ਉਦਾਹਰਨ ਦਿੱਤਾ ਕਿ ਕਿਵੇਂ ਵਿਸ਼ਵਾਸ, ਕਿਵੇਂ ਹੁਕਮ ਵਿੱਚ ਰਹਿਣਾ ਹੁੰਦਾ ਵਾ। ਕਿ ਜਦੋਂ ਚੌਥੀ ਪਾਤਸ਼ਾਹੀ ਜੀ ਨੇ ਪੰਜਵੇਂ ਪਾਤਸ਼ਾਹੀ ਜੀ ਨੂੰ ਹੁਕਮ ਦਿੱਤਾ ਸੀ, ਉਹ ਕਿਵੇਂ ਉਹਨਾਂ ਦੇ ਹੁਕਮ ਵਿੱਚ ਰਹੇ। ਤਾਂ ਉਹਨਾਂ ਤੋਂ ਸਾਨੂੰ ਹੁਕਮ ਦੀ ਪਾਲਣਾ ਕਿਵੇਂ ਕਰਨੀ ਆ, ਇਹ ਇੱਕ ਪ੍ਰੇਰਿਤ ਮੋਟੀਵੇਸ਼ਨ ਮਿਲਦੀ ਆ। ਅੱਗੇ ਫਰਮਾਇਆ ਕਿ ਹੁਣ ਪੰਜਵੇਂ ਪਾਤਸ਼ਾਹੀ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਆਪ ਨੇ ਅਲੱਗ-ਅਲੱਗ ਧਰਮਾਂ ਦੇ, ਮਜ਼ਹਬਾਂ ਦੇ ਜੋ ਮਹਾਤਮਾਵਾਂ ਸੀ, ਉਸ ਟਾਈਮ ਮਹਾਤਮਾ ਸੀ, ਉਹਨਾਂ ਦੀਆਂ ਬਾਣੀਆਂ ਸਾਰਿਆਂ ਦੀਆਂ ਦਰਜ ਕੀਤੀਆਂ। 30 ਭਗਤਾਂ ਦੀਆਂ, ਜਿਨ੍ਹਾਂ ਦਾ ਉਪਦੇਸ਼ ਇੱਕੋ ਸੀ, ਨਾਮ ਦਾ, ਸ਼ਬਦ ਦਾ। ਸਾਰੇ ਅਲੱਗ-ਅਲੱਗ ਧਰਮ ਅਤੇ ਮਜ਼ਹਬਾਂ ਦੇ ਸੀਗੇ। ਇਸੇ ਕਰਕੇ ਪਹਿਲੀ ਪਾਤਸ਼ਾਹੀ ਜੀ ਨੇ ਫਰਮਾਇਆ ਸੀ, ਖੱਤਰੀ, ਬਾਹਮਣ, ਸ਼ੂਦ, ਵੈਸ਼, ਉਪਦੇਸ਼ ਚੌਂ ਵਰਨੋਂ ਕੋ ਸਾਂਝਾ। ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਕੇ ਆਪਾਂ ਨੇ ਉਸ ਇੱਕ ਪਰਮਾਤਮਾ ਦੀ ਭਗਤੀ ਕਰਨੀ ਹੈ। ਉਹਦਾ ਉਪਦੇਸ਼ ਸਾਰਿਆਂ ਲਈ ਹੈ, ਲੇਕਿਨ ਆਪਾਂ ਫਰਕ ਪਾ ਲੈਂਦੇ ਹਾਂ, ਡਿਫਰੈਂਸ਼ੀਏਟ ਕ੍ਰੀਏਟ ਕਰ ਦਿੰਦੇ ਹਾਂ। ਅੱਜ ਦੇ ਦੌਰ ਵਿੱਚ ਜੇ ਆਪਾਂ ਦੇਖ ਲਈਏ, ਕਿੰਨੇ ਹੀ ਫਰਕ ਪਾਏ ਹੋਏ ਨੇ ਆਪਾਂ ਨੇ, ਲੇਕਿਨ ਉਹਨਾਂ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਸੀ। ਹਮ ਵਾਸੀ ਉਸ ਦੇਸ਼ ਕੇ ਜਹਾਂ ਜਾਤ ਵਰਨ ਕੁਲ ਨਾਹੀਂ, ਸ਼ਬਦ ਮਿਲਾਵਾ ਹੋਏ ਰਹੇ ਦੇ ਮਿਲਾਵਾ ਨਾਹੀਂ। ਕਬੀਰ ਸਾਹਿਬ ਇੱਥੇ ਬਹੁਤ ਹੀ ਸੁੰਦਰ ਉਦਾਹਰਨ ਦੇ ਰਹੇ ਹਨ ਕਿ ਜਿੱਥੇ ਹੋਰ ਕਿਸੇ ਚੀਜ਼ ਦੀ ਪਹਿਚਾਣ ਨਹੀਂ ਹੁੰਦੀ,
ਕੀ ਸਾਡਾ ਮਜ਼ਹਬ ਹੈ, ਕੀ ਸਾਡਾ ਧਰਮ ਹੈ, ਕੀ ਸਾਡੀ ਜਾਤ ਹੈ, ਕੀ ਸਾਡਾ ਕੁਲ ਹੈ। ਉੱਥੇ ਸਿਰਫ ਸ਼ਬਦ ਦੀ ਪਹਿਚਾਣ ਕੀਤੀ ਜਾਂਦੀ ਹੈ। ਤਾਂ ਆਪਾਂ ਨੇ ਇਹ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਕੇ ਉਸ ਇੱਕ ਨਾਮ ਦੀ ਭਗਤੀ ਕਰਨੀ ਹੈ, ਅੰਦਰੋਂ ਉਸ ਨੂੰ ਖੋਜਣਾ ਹੈ। ਹੁਣ ਦੇਖੋ ਆਪ ਜੀ ਦੇ ਨਾਲ ਉਸ ਟਾਈਮ ਕਿੰਨੇ ਤਸੀਹੇ ਵਰਤੇ ਗਏ, ਧਰਮ ਪਰਿਵਰਤਨ ਦਾ ਜ਼ੋਰ ਸੀਗਾ, ਕਿੰਨਾ ਜ਼ਿਆਦਾ ਤਸ਼ੱਦਦ ਕੀਤੀ ਗਈ, ਲੇਕਿਨ ਆਪ ਨੂੰ ਧਰਮ ਪਰਿਵਰਤਨ ਕਰਨਾ ਮਨਜ਼ੂਰ ਨਹੀਂ ਸੀ, ਕਿਉਂਕਿ ਉਸ ਰੱਬ ਨੂੰ, ਉਸ ਇੱਕ ਅਕਾਲ ਪੁਰਖ ਨੂੰ ਕਿਸੇ ਵੀ ਧਰਮ ਵਿੱਚ ਰਹਿ ਕੇ ਪਾਇਆ ਜਾ ਸਕਦਾ ਹੈ। ਤਾਂ ਆਪ ਨੇ ਡਟ ਕੇ ਸਾਹਮਣਾ ਕੀਤਾ ਅਤੇ ਉਹ ਜੋ ਵੀ ਕੁਝ ਉਹਨਾਂ ਦੇ ਉੱਤੇ ਤਸ਼ੀਹੇ ਹੋ ਰਹੇ ਸੀ, ਆਪ ਨੇ ਉਸ ਮਾਲਿਕ ਦਾ ਹੁਕਮ ਸਮਝਿਆ, ਤੇਰਾ ਪਾਣਾ ਮਿੱਠਾ ਲਾਗੇ। ਰੇਤ ਪਾਇਆ ਗਿਆ, ਤੱਤੀ ਤਵੀ 'ਤੇ ਬਿਠਾਇਆ ਗਿਆ, ਲੇਕਿਨ ਫਿਰ ਵੀ ਆਪ ਨੇ ਸ਼ੁਕਰ ਕੀਤਾ, ਉਸ ਮਾਲਿਕ ਦਾ ਪਾਣਾ ਮੰਨਿਆ। ਇੱਥੇ ਹਜ਼ੂਰ ਜੀ ਨੇ ਕ੍ਰਾਈਸਟ ਦਾ ਵੀ ਉਦਾਹਰਨ ਦਿੱਤਾ ਕਿ ਜਦੋਂ ਕ੍ਰਾਈਸਟ ਨੂੰ ਵੀ ਸੂਲੀ 'ਤੇ ਚਾੜ੍ਹਿਆ ਗਿਆ ਸੀਗਾ, ਤਪਦੀ ਹੋਈ ਧੁੱਪ 'ਤੇ ਜਦ ਉਹਨਾਂ ਦੀਆਂ ਕਲਾਈਆਂ 'ਤੇ ਮੇਖਾਂ ਗੱਡੀਆਂ ਗਈਆਂ ਅਤੇ ਸੂਲੀ 'ਤੇ ਚਾੜ੍ਹ ਦਿੱਤਾ ਗਿਆ, ਫਿਰ ਵੀ ਆਪ ਨੇ ਇਹੀ ਕਿਹਾ ਕਿ ਇਹ ਮਾਲਿਕ, ਇਹਨਾਂ ਨੂੰ ਮਾफ़ ਕਰ ਦੇ, ਇਹਨਾਂ ਨੂੰ ਨਹੀਂ ਪਤਾ ਕਿ ਇਹ ਕੀ ਕਰ ਰਹੇ ਹਨ। ਇਹ ਵਚਨ ਸੀ ਉਸ ਟਾਈਮ ਕ੍ਰਾਈਸਟ ਦੇ। ਅਗਲਾ ਪੁਆਇੰਟ ਉਹਨਾਂ ਨੇ ਸਮਝਾਇਆ ਕਿ ਹਰੇਕ ਧਰਮ, ਹਰੇਕ ਮਜ਼ਹਬ ਇੱਕੋ ਹੀ ਪਰਮਾਤਮਾ ਦੀ ਉਸਤਤ ਕਰਦੇ ਹਨ। ਏਕ ਪਿਤਾ ਏਕਸ ਕੇ ਹਮ ਬਾਰਿਕ। ਅਸੀਂ ਇੱਥੇ ਸਮਾਨਤਾ ਨੂੰ ਸਮਝਣਾ ਹੈ ਕਿ ਉਹ ਇੱਕ ਸਾਡਾ ਪਿਤਾ ਹੈ, ਅਸੀਂ ਉਹਦੀ ਸੰਤਾਨ ਹਾਂ। ਜਦੋਂ ਉਸ ਇੱਕ ਸੂਰਜ ਦੀ ਕੋਈ ਜਾਤ ਨਹੀਂ ਤਾਂ ਮਾਮੂਲੀ ਜੀ ਕਿਰਨ ਦੀ ਕੀ ਜਾਤ ਹੋ ਸਕਦੀ ਹੈ। ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿ 2 ਮਾਲਿਕ ਹਨ ਜਾਂ 3 ਮਾਲਿਕ ਹਨ, ਸਾਰੇ ਹੀ ਇਸੇ ਚੀਜ਼ ਨੂੰ ਮੰਨਦੇ ਹਨ ਕਿ ਮਾਲਿਕ ਇੱਕ ਹੈ। ਤਾਂ ਮਹਿਮਾ ਤਾਂ ਉਸ ਇੱਕ ਦੀ ਗਾਈ ਜਾਣੀ ਚਾਹੀਦੀ ਸੀ। ਅਗਲਾ ਪੁਆਇੰਟ ਹਜ਼ੂਰ ਜੀ ਨੇ ਨਾਮ ਦੀ ਕਮਾਈ ਬਾਰੇ ਸਮਝਾਇਆ, ਸ਼ਬਦ ਦੀ ਕਮਾਈ ਬਾਰੇ। ਕਲੂ ਆਇਓ ਰੇ, ਇੱਕ ਨਾਮ ਬੋਵੋ, ਕਿ ਇਸ ਕਲਯੁਗ ਦੀ ਰੁੱਤ ਵਿੱਚ ਅਸੀਂ ਨਾਮ ਦਾ ਬੀਜ ਬੋਣਾ ਹੈ। ਹੁਣ ਉਹ ਨਾਮ ਮਿਲੂਗਾ ਕਿੱਥੋਂ? ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਉਹ ਸਾਨੂੰ ਸੰਤਾਂ ਮਹਾਤਮਾ ਦੀ ਸੋਹਬਤ ਤੋਂ ਜਾ ਕੇ ਮਿਲਦਾ ਹੈ। ਜਦੋਂ ਅਸੀਂ ਸੰਤਾਂ ਮਹਾਤਮਾ ਦੀ ਸੋਹਬਤ ਕਰਦੇ ਹਨ ਤਾਂ ਉਹ ਸਾਨੂੰ ਨਾਮ ਦੇ ਨਾਲ ਜੋੜ ਦਿੰਦੇ ਹਨ, ਸ਼ਬਦ ਦੇ ਨਾਲ ਜੋੜ ਦਿੰਦੇ ਹਨ ਅਤੇ ਆਪਣਾ ਉਪਦੇਸ਼ ਦੇ ਕੇ ਸਾਨੂੰ ਵੀ ਪਵਿੱਤਰ ਅੰਦਰੋਂ ਕਰਨਾ ਸ਼ੁਰੂ ਕਰ ਦਿੰਦੇ ਹਨ। ਸਾਡੇ ਮਨ ਦੇ ਉੱਤੇ ਜਿੰਨੇ ਵੀ ਗਲਾਫ ਚੜ੍ਹੇ ਹੋਏ ਨੇ, ਮਨ ਮੈਲਾ ਹੋ ਚੁੱਕਿਆ ਹੈ, ਤਾਂ ਉਸ ਮਨ ਦੀ ਮੈਲ ਨੂੰ ਦੂਰ ਕਰਨ ਲਈ ਸਾਨੂੰ ਉਹ ਸ਼ਬਦ ਦੀ ਕਮਾਈ ਦੱਸਦੇ ਨੇ। ਸ਼ਬਦ ਕਰਮ ਕੀ ਰੇਖ ਕਟਾਵੇ। ਜਿਸ ਸ਼ਬਦ ਦੀ ਕਮਾਈ 'ਤੇ ਚੱਲ ਕੇ, ਮਿਹਨਤ ਕਰਕੇ, ਭਜਨ ਸਿਮਰਨ ਦੇ ਜ਼ਰੀਏ ਆਪਾਂ ਆਪਣੇ ਆਪ ਨੂੰ ਵੀ ਉਹਨਾਂ ਵਰਗਾ ਪਿਓਰ ਅਤੇ ਪਵਿੱਤਰ ਬਣਾ ਲੈਂਦੇ ਹਾਂ। ਐਸਾ ਸੰਤ ਸਹਿਜ ਸੁਖ ਦਾਤਾ। ਇਸ ਗੱਲ ਨੂੰ ਆਪਾਂ ਨੇ ਸਮਝਣਾ ਹੈ ਕਿ ਸਹਿਜ ਸੁਖ, ਉਹ ਸਹਿਜ ਸੁਖ ਕਿਹੜਾ ਹੈ। ਜਿੰਨੇ ਵੀ ਆਪਾਂ ਇਸ ਦੁਨੀਆ ਵਿੱਚ ਸੁੱਖ ਦੇਖ ਰਹੇ ਹਾਂ, ਸਾਰੇ ਟੈਂਪਰੇਰੀ ਹਨ, ਸਾਰੇ ਆਰਜ਼ੀ ਹਨ। ਸਾਨੂੰ ਕੋਈ ਨਾ ਕੋਈ ਖੁਸ਼ੀ ਮਿਲਦੀ ਰਹਿੰਦੀ ਹੈ, ਫਿਰ ਕੁਛ ਦੇਰ ਵਾਸਤੇ ਹੁੰਦੀ ਆ ਉਹ, ਫਿਰ ਆਪਾਂ ਦੁਖੀ ਵੀ ਬੜੀ ਛੇਤੀ ਹੋ ਜਾਂਦੇ ਹਾਂ। ਸੰਸਾਰ ਵਿੱਚ ਦੁੱਖ ਹੀ ਕਿੰਨੇ ਹੈ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਨ ਨਾਮ ਆਧਾਰ। ਤਾਂ ਆਪਾਂ ਨੇ ਉਹ ਜੋ ਸਹਿਜ ਸੁੱਖ ਆ, ਜੋ ਕਿ ਸਾਨੂੰ ਉਸ ਨਾਮ ਦੀ ਦੌਲਤ, ਨਾਮ ਦੀ ਕਮਾਈ ਵਿੱਚੋਂ ਹੀ ਮਿਲਣਾ ਹੈ, ਉਹਦੇ ਨਾਲ ਆਪਾਂ ਨੇ ਜੁੜਨਾ ਹੈ, ਸ਼ਬਦ ਦੇ ਨਾਲ। ਸੋ ਸੁਖੀਆ ਜਿਨ ਨਾਮ ਆਧਾਰ, ਉਹ ਸਹਿਜ ਸੁੱਖ ਹੈ। ਲੇਕਿਨ ਅਸੀਂ ਤਾਂ ਇਹ ਦੁਨਿਆਵੀ, ਇਹ ਝੂਠੀ ਦੁਨੀਆ ਵਿੱਚ ਆਪਣਾ ਸੁੱਖ ਵਸਾਈ ਬੈਠੇ ਹਾਂ। ਆਪਣਾ ਧਿਆਨ, ਆਪਾਂ ਭ੍ਰਮਿਤ ਹੋਈ ਬੈਠੇ ਹਾਂ, ਧਿਆਨ ਭਟਕਾਈ ਬੈਠੇ ਹਾਂ। ਅਸਲ ਸੁੱਖ ਤਾਂ ਅੰਦਰ ਹੈ, ਜਿਹੜਾ ਉਸ ਨਾਮ ਦੇ ਨਾਲ, ਸ਼ਬਦ ਦੇ ਨਾਲ ਜੁੜਿਆ ਹੋਇਆ ਹੈ। ਉਹ ਇਹ ਸਾਰੇ ਟੈਂਪਰੇਰੀ ਸੁੱਖਾਂ ਦੁੱਖਾਂ ਤੋਂ ਹਮੇਸ਼ਾ ਲਈ ਆਜ਼ਾਦ ਹੋ ਜਾਂਦਾ ਹੈ, ਇਹਨਾਂ ਤੋਂ ਹਮੇਸ਼ਾ ਲਈ ਉੱਤੇ ਉੱਠ ਜਾਂਦਾ ਹੈ। ਇਸ ਲਈ ਅਸੀਂ ਇਸ ਭਰਮਾਂ ਵਿੱਚ ਗੋਤੇ ਖਾਂਦੇ ਰਹਿ ਗਏ ਹਾਂ, ਇਸ ਵਿੱਚ ਆਪਾਂ ਡੁੱਬੀ ਜਾਂਦੇ ਹਾਂ, ਇਸ ਤੋਂ ਉੱਤੇ ਹੀ ਨਹੀਂ ਉੱਠ ਰਹੇ। ਇਹ ਦੁਨੀਆ ਇੱਕ ਸੁਪਨ ਦੀ ਤਰ੍ਹਾਂ ਹੈ, ਇਹ ਕਰਮਾਂ ਦਾ ਹਿਸਾਬ ਕਿਤਾਬ ਹੈ। ਆਪਾਂ ਇਹਨੂੰ ਹੀ ਸੱਚਾਈ, ਰਿਐਲਿਟੀ ਸਮਝੀ ਬੈਠੇ ਹਾਂ, ਲੇਕਿਨ ਸੱਚਾਈ ਅਸਲ ਵਿੱਚ ਕੁਝ ਹੋਰ ਹੈ।
ਅਜੇ ਇਸ ਟਾਈਮ ਸਾਡੀਆਂ ਅੱਖਾਂ ਅੱਗੇ ਪਰਦਾ ਆਇਆ ਹੋਇਆ ਹੈ। ਇਸ ਲਈ ਸਮਝੋ, ਵਿਚਾਰੀਏ। ਅੱਗੇ ਦੋਸਤੋ ਹਜ਼ੂਰ ਜੀ ਨੇ ਧਨ ਦੌਲਤ ਬਾਰੇ ਵੀ ਕਿਹਾ ਕਿ ਇਹ ਧਨ ਦੌਲਤ ਦੇ ਨਾਲ ਤੇ ਕੋਈ ਚੰਗੀ ਸ਼ਕਲ, ਖੂਬਸੂਰਤੀ, ਇਹ ਸੁੱਖ ਨਹੀਂ ਹੋ ਸਕਦਾ। ਇਹ ਸਾਡਾ ਬਹੁਤ ਵੱਡਾ ਭਰਮ ਹੈ। ਇਸ ਚੀਜ਼ ਨੂੰ ਸਮਝੋ। ਜਿੰਨੇ ਵੀ ਆਪਾਂ ਅਮੀਰ ਬੰਦੇ ਦੇਖਦੇ ਹਾਂ, ਉਹਨਾਂ ਦੇ ਕੋਲ ਜਾ ਕੇ ਬੈਠੋ, ਉਹਨਾਂ ਦੀ ਸਟੋਰੀ ਸੁਣੋ, ਸਭ ਤੋਂ ਜ਼ਿਆਦਾ ਦੁੱਖ ਉਹਨਾਂ ਨੂੰ ਹੀ ਹੁੰਦਾ ਹੈ। ਕਿਵੇਂ ਆਪਣੀਆਂ ਰੋ ਰੋ ਕੇ ਕਹਾਣੀਆਂ ਸੁਣਾਉਣਗੇ। ਹਜ਼ੂਰ ਜੀ ਨੂੰ ਇੱਥੇ ਯਾਦ ਕੀਤਾ ਗਿਆ ਕਿ ਹਜ਼ੂਰ ਜੀ ਵੀ ਇੱਦਾਂ ਹੀ ਸਮਝਾਇਆ ਕਰਦੇ ਸੀ। ਵੱਡੇ ਵੱਡੇ ਬਿਜ਼ਨਸਮੈਨ ਦੇਖ ਲਓ, ਕਿਸੇ ਦੀ ਕੋਈ ਘਰ ਦੀ ਪ੍ਰੋਬਲਮ ਹੁੰਦੀ ਆ, ਕਿਸੇ ਦੀ ਡਿਪਰੈਸ਼ਨ ਦੀ ਦਵਾਈ ਚੱਲ ਰਹੀ ਆ, ਕਿਸੇ ਦੀ BP ਦੀ, ਕਿਸੇ ਦੀ ਹਾਰਟ ਦੀ ਦਵਾਈਆਂ ਚੱਲ ਰਹੀਆਂ ਨੇ, ਕੋਈ ਮਾਨਸਿਕ ਰੋਗੀ ਹੋਈ ਬੈਠੇ ਨੇ, ਕਿਸੇ ਨੂੰ ਈਗੋ ਦੀ, ਸੈਲਫ ਅਹੰਕਾਰ ਦੀ ਪ੍ਰੋਬਲਮ ਹੈ। ਸਭ ਤੋਂ ਜ਼ਿਆਦਾ ਦੁਖੀ ਅਮੀਰ ਬੰਦਾ ਹੀ ਹੈ। ਗਰੀਬ ਨੇ ਤਾਂ ਦੁਖੀ ਹੋਣਾ ਹੀ ਹੈ। ਤਾਂ ਬਹੁਤ ਕੜਵੀਆਂ ਗੱਲਾਂ ਹਜ਼ੂਰ ਜੀ ਨੇ ਸਮਝਾਈਆਂ। ਇਨਕਮ ਟੈਕਸ ਦਾ ਉਹਨਾਂ ਨੂੰ ਡਰ ਆ, ਸੇਲਸ ਟੈਕਸ ਦਾ ਉਹਨਾਂ ਨੂੰ ਡਰ ਆ, ਕਿਤੇ ਬੈਂਕ ਨਾ ਫੇਲ ਹੋ ਜਾਣ, ਉਸ ਦਾ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਬੇਚੈਨੀ ਰਹਿੰਦੀ ਹੈ। ਅਸੀਂ ਬੱਚਿਆਂ ਵਾਸਤੇ ਇੰਨਾ ਕੁਝ ਕਰਦੇ ਹਾਂ, ਜਦੋਂ ਬੁਢਾਪੇ ਦੀ ਅਵਸਥਾ ਆਉਂਦੀ ਹੈ ਤਾਂ ਬੱਚੇ ਸਾਨੂੰ ਪੁੱਛਦੇ ਤੱਕ ਨਹੀਂ। ਅਗਲਾ ਪੁਆਇੰਟ ਉਹਨਾਂ ਨੇ ਸਮਝਾਇਆ ਕਿ ਅਸੀਂ ਦੇਖੋ ਹੁਣ ਸ਼ੀਸ਼ੇ ਮੂਹਰੇ ਘੰਟਾ ਖੜ੍ਹੇ ਰਹਿੰਦੇ ਹਾਂ, ਆਪਣੇ ਆਪ ਨੂੰ ਸੰਵਾਰਦੇ ਹਾਂ, ਦੇਖਦੇ ਰਹਿੰਦੇ ਹਾਂ। ਆਪਾਂ ਨੇ ਆਪਣੀ ਆਤਮਾ ਨੂੰ ਸੰਵਾਰਨਾ ਹੈ, ਆਪਾਂ ਨੇ ਆਪਣਾ ਮਨ ਸਾਫ਼ ਕਰਨਾ ਹੈ। ਜਦੋਂ ਆਪਾਂ ਆਤਮਾ ਨੂੰ ਸੰਵਾਰਾਂਗੇ ਤਾਂ ਬਾਹਰ ਆਪਣੇ ਆਪ ਸੰਵਰ ਜਾਊਗਾ। ਅੱਗੇ ਹਜ਼ੂਰ ਜੀ ਨੇ ਅਲੈਗਜ਼ੈਂਡਰ ਬਾਦਸ਼ਾਹ ਦੀ ਕਹਾਣੀ ਸੁਣਾਈ ਕਿ ਹੁਣ ਅਲੈਗਜ਼ੈਂਡਰ ਬਾਦਸ਼ਾਹ ਦੇਖ ਲਓ, ਪੂਰੀ ਦੁਨੀਆ ਫਤਿਹ ਕਰਨ ਨਿਕਲਿਆ ਸੀਗਾ। ਮਨ ਵਿੱਚ ਇੰਨਾ ਲਾਲਚ ਸੀਗਾ, ਸੋਚਦਾ ਸੀ ਕਿ ਸਾਰਾ ਵਰਲਡ, ਪੂਰੀ ਸੰਸਾਰ ਫਤਿਹ ਕਰ ਲਊਂਗਾ, ਪਰ ਅੰਤ ਵਿੱਚ ਬਿਮਾਰ ਹੋ ਜਾਂਦਾ ਹੈ। ਆਪਣੇ ਅਹਿਲਕਾਰਾਂ ਨੂੰ ਕਹਿੰਦਾ ਹੈ ਕਿ ਜੀ ਮੈਂ ਆਪਣੀ ਅੱਧੀ ਧਨ ਦੌਲਤ ਦੇ ਦਊਂਗਾ, ਮੈਨੂੰ ਮੇਰੀ ਮਾਂ ਦੇ ਨਾਲ ਮਿਲਾ ਦਿਓ। ਪਰ ਉਸ ਟਾਈਮ ਕੋਈ ਉਹਦੀ ਸਹਾਇਤਾ ਨਹੀਂ ਕਰ ਸਕਿਆ। ਫਿਰ ਕਹਿੰਦਾ ਹੈ ਕਿ ਮੈਂ ਆਪਣੀ ਸਾਰੀ ਧਨ ਦੌਲਤ, ਸਾਰਾ ਰਾਜਪਾਟ ਦੇ ਦਊਂਗਾ, ਮੈਨੂੰ ਆਪਣੀ ਮਾਂ ਦੇ ਨਾਲ ਮਿਲਾ ਦਿਓ। ਹੁਣ ਉਸ ਟਾਈਮ ਕੋਈ ਸਹਾਇਤਾ ਕਰ ਸਕਦਾ ਹੈ? ਫਿਰ ਚੁੱਪ ਹੋ ਜਾਂਦਾ ਹੈ। ਫਿਰ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੰਦਾ ਹੈ ਕਿ ਜਦੋਂ ਮੇਰਾ ਜਨਾਜ਼ਾ ਬਾਹਰ ਨਿਕਲੇ ਤਾਂ ਮੇਰਾ ਇੱਕ ਹੱਥ ਬਾਹਰ ਰਹਿਣ ਦੇਣਾ, ਕਿ ਸਾਰੇ ਦੇਖ ਲੈਣ ਕਿ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਜਾ ਰਿਹਾ ਹੈ। ਹੁਣ ਦੇਖੋ, ਇਹ ਚੀਜ਼ਾਂ ਨੂੰ ਕੋਈ ਸਮਝ ਸਕਦਾ ਹੈ? ਇੰਨੀ ਧਨ ਦੌਲਤ ਇਕੱਠੀ ਕੀਤੀ, ਇੰਨੀ ਜ਼ਿੰਦਗੀਆਂ ਉਜਾੜੀਆਂ, ਬੇਵਾਹ ਕੀਤੀਆਂ, ਕੀ ਅੰਤ ਵੇਲੇ ਨਾਲ ਚਲਿਆ ਗਿਆ। ਆਪਾਂ ਇਕੱਲੇ ਆਏ ਸੀ ਤੇ ਇਕੱਲੇ ਹੀ ਜਾਣਾ ਹੈ। ਇਹ ਸਾਰੇ ਵਹਿਮਾਂ 'ਚੋਂ, ਭਰਮਾਂ 'ਚੋਂ ਨਿਕਲੋ। ਉਸ ਟਾਈਮ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦਾ, ਨਾ ਯਾਰ ਦੋਸਤ, ਨਾ ਰਿਸ਼ਤੇਦਾਰ, ਨਾ ਕੋਈ ਹੋਰ। ਕਰੀਬੀ ਤੋਂ ਕਰੀਬੀ ਵੀ ਉਸ ਟਾਈਮ ਸਾਡੀ ਕੋਈ ਵੀ ਸਹਾਇਤਾ ਨਹੀਂ ਕਰ ਸਕਦੇ। ਅੱਗੇ ਹਜ਼ੂਰ ਜੀ ਨੇ ਫਰਮਾਇਆ ਕਿ ਹੁਣ ਦੁਨੀਆ 'ਚ ਦੇਖ ਲਓ, ਕਿੰਨਾ ਕੁਛ ਰੋਜ਼ ਹੁੰਦਾ ਹੈ। ਕਿੱਥੇ ਬੰਬ ਫਟ ਰਹੇ ਨੇ, ਕਿਤੇ ਤੋਪਾਂ ਚੱਲ ਰਹੀਆਂ ਨੇ, 1.5 ਲੱਖ ਬੰਦਾ ਰੋਜ਼ ਮਰ ਰਿਹਾ ਹੈ। ਹਸਪਤਾਲਾਂ ਵਿੱਚ ਜਾ ਕੇ ਦੇਖ ਲਓ, ਕਿਵੇਂ ਚਿਲਾਉਣ ਦੀ ਆਵਾਜ਼ ਆਉਂਦੀ ਹੈ। ਤਾਂ ਕੌਣ ਸੁਖੀ ਹੈ ਇਸ ਦੁਨੀਆ ਵਿੱਚ? ਹਜ਼ੂਰ ਜੀ ਨੇ ਉਦਾਹਰਨ ਦਿੱਤਾ ਕਿ ਹੁਣ ਇੱਕ ਕੜੇ ਵਿੱਚ ਤੁਸੀਂ ਛੇਦ ਕਰ ਲਵੋ, ਉਸ ਵਿੱਚੋਂ ਪਾਣੀ ਟੁਪਕ ਕੇ ਨਿਕਲਦਾ ਹੈ। ਠੀਕ ਇਸ ਤਰ੍ਹਾਂ ਹੀ ਸਾਡੇ ਸਾਹ ਵੀ ਟੁਪਕ ਕੇ ਨਿਕਲ ਰਹੇ ਹਨ। ਹਜ਼ੂਰ ਜੀ ਨੇ ਫਰਮਾਇਆ ਕਿ ਦੇਖੋ, ਦੌਲਤ ਵਾਪਸ ਆ ਸਕਦੀ ਹੈ, ਇਹ ਧਨ ਦੌਲਤ, ਅਹੁਦੇ ਵਾਪਸ ਆ ਸਕਦੇ ਹਨ, ਪਰ ਉਹ ਵਕਤ ਵਾਪਸ ਨਹੀਂ ਆ ਸਕਦਾ ਜਿਹੜਾ ਆਪਾਂ ਨੇ ਬਰਬਾਦ ਕੀਤਾ ਹੈ। ਵਕਤ ਬਹੁਤ ਜ਼ਿਆਦਾ ਕੀਮਤੀ ਹੈ, ਅਨਮੋਲ ਹੈ। ਅੱਗੇ ਦੋਸਤੋ ਹਜ਼ੂਰ ਜੀ ਨੇ ਸਤਸੰਗ ਬਹੁਤ ਹੀ ਡਿਟੇਲ ਵਿੱਚ ਫਰਮਾਇਆ, ਰਿਐਲਿਟੀ ਬੇਸਡ ਸੱਚਾਈ, ਕੜਵੀ ਸੱਚਾਈ, ਸਾਰੀਆਂ ਗੱਲਾਂ ਕਹੀਆਂ। ਜਿਹੜੇ ਮੌਜੂਦ ਸੀ ਉਹ ਦੱਸ ਸਕਦੇ ਨੇ ਕਮੈਂਟ ਕਰਕੇ। ਬਾਕੀ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਨੇ। ਰਾਧਾ ਸਵਾਮੀ ਜੀ ਸਾਰਿਆਂ ਨੂੰ।